of microbes which are industrially important। मतलब वो ਮਾਈਕਰੋਬਸ ਜਿਹੜੇ ਕਿ ਇੰਡਸਟਰੀ ਲਈ ਇੰਪੋਰਟੈਂਟ ਆ, ਉਹਨਾਂ ਦੇ ਕਰੈਕਟਰਿਸਟਿਕਸ ਕੀ ਹੋਣੇ ਚਾਹੀਦੇ ਆ, ਮਤਲਬ ਉਹਨਾਂ ਦੇ ਕੀ ਕੀ ਗੁਣ ਹੋਣੇ ਚਾਹੀਦੇ, ਬੇਸਿਕਲੀ ਉਹਨਾਂ ਬਾਰੇ ਗੱਲ ਕਰਨੀ ਹੈ। ਫਸਟ, ਦੇ ਸ਼ੁੱਡ ਗਰੋ ਇਨ ਸਿੰਪਲ ਮੀਡੀਅਮ। ਮਤਲਬ ਕਿਸੇ ਸਪੈਸ਼ਲ ਮੀਡੀਅਮ ਦੀ ਜ਼ਰੂਰਤ ਨਾ ਹੋਵੇ ਉਹਨਾਂ ਨੂੰ ਗਰੋ ਕਰਨ ਵਾਸਤੇ, ਕਿਸੇ ਸਿੰਪਲ ਮੀਡੀਅਮ ਤੇ ਗਰੋ ਕਰ ਸਕਦੇ ਹੋ। ਕੋਈ ਗਰੋਥ ਫੈਕਟਰ ਨਾ ਪਾਣਾ ਪਵੇ। ਇਹਦੇ ਨਾਲ ਕੀ ਹੋਏਗਾ, ਕੋਸਟ ਆਫ ਪ੍ਰੋਡਕਸ਼ਨ ਘੱਟ ਰਹੇਗੀ ਤੇ ਸਾਨੂੰ ਘੱਟ ਪੈਸੇ 'ਚ ਜ਼ਿਆਦਾ ਪ੍ਰੋਡਕਟ ਮਿਲੇਗਾ ਤੇ ਬੈਨੀਫਿਟ ਹੋਏਗਾ। ਸੈਕਿੰਡ, resistance should be resistant to pathogens। resistance to pathogens ਦਾ ਮਤਲਬ ਇਹ ਆ ਕਿ ਜਿਹੜੇ ਬਿਮਾਰੀ ਪੈਦਾ ਕਰਨ ਵਾਲੇ ਆਰਗੈਨਿਜ਼ਮਸ ਹੁੰਦੇ ਆ, ਬੈਕਟੀਰੀਅਲ ਆਰਗੈਨਿਜ਼ਮਸ ਜਾਂ ਵਾਇਰਸ ਜਾਂ ਫੰਗਲ ਜਾਂ ਕੋਈ ਵੀ ਆਰਗੈਨਿਜ਼ਮ, ਜਿਹੜਾ ਆਪਾਂ ਫਰਮੈਂਟਰ ਵਿੱਚ ਸਟ੍ਰੇਨ ਪਾਇਆ, ਉਹ ਸਟ੍ਰੇਨ ਇਹਨਾਂ ਪੈਥੋਜਨਸ ਤੋਂ ਰੈਜ਼ਿਸਟੈਂਟ ਹੋਵੇ, ਮਤਲਬ ਇਹਨਾਂ ਪੈਥੋਜਨਸ ਨੂੰ ਨਾ ਉਹ ਗਰੋ ਕਰਨ ਦੇਵੇ ਮੀਡੀਅਮ 'ਚ। ਥਰਡ, should grow rapidly। ਮੈਂ ਫਾਸਟਲੀ ਗਰੋ ਕਰ ਸਕਦਾ ਹੋਵੇ, ਨਹੀਂ ਤਾਂ ਮਤਲਬ ਏਦਾਂ ਨਾ ਹੋਵੇ ਕਿ ਬਹੁਤ ਸਾਰਾ ਟਾਈਮ ਲੱਗ ਜੇ ਗਰੋਥ ਹੋਣ ਵਾਸਤੇ, ਤਾਂ ਫਿਰ ਕਾਫੀ ਜ਼ਿਆਦਾ ਲੰਬਾ ਟਾਈਮ ਲੱਗ ਜਾਏਗਾ। ਸੋ ਵੀ ਹੋਣਾ ਚਾਹੀਦਾ ਹੈਗਾ, ਗਰੋਥ ਰੈਪਿਡ ਹੋਣੀ ਚਾਹੀਦੀ ਹੈ। ਠੀਕ। जेनेटिक मटीरियल शुड बी स्टेबल। मतलब जेनेटिक मटीरियल भी उन्होंने स्टेबल होना चाहिए, क्योंकि अगर ਉਹਦਾ जेनेटिक मटीरियल चेंज हो जाएगा तो प्रोडक्ट भी चेंज हो जाएगा ਤੇ ਹੋ ਸਕਦਾ ਉਹ प्रोडक्ट हार्मफुल ਹੋਵੇ। जो मैं प्रोडक्ट चाहती हाँ वो प्रोडक्ट बने ही ना, इसलिए जेनेटिक मटीरियल का स्टेबल होना बहुत जरूरी है। ਤੇ ਉਹ ਡਿਜ਼ਾਇਰਡ ਪ੍ਰੋਡਕਟ ਪ੍ਰੋਡਿਊਸ ਕਰਦਾ ਹੋਵੇ, ਜਿੱਦਾਂ ਮੰਨ ਲਾ ਮੈਂ ਇਨਸੂਲਿਨ ਪ੍ਰੋਡਿਊਸ ਕਰਾਣੀ ਤਾਂ ਇਨਸੂਲਿਨ ਹੀ ਪ੍ਰੋਡਿਊਸ ਕਰਦਾ ਹੋਵੇ। ਜੇ ਮੈਂ ਅਲਫਾ ਮਾਈਲਿਸ ਪ੍ਰੋਡਿਊਸ ਕਰਵਾਣਾ ਤਾਂ ਅਲਫਾ ਮਾਈਲਿਸ ਹੀ ਪ੍ਰੋਡਿਊਸ ਕਰਦਾ ਹੋਵੇ, ਡਿਜ਼ਾਇਰਡ ਪ੍ਰੋਡਕਟ ਪ੍ਰੋਡਿਊਸ ਕਰਦਾ ਹੋਵੇ। should not produce toxic products। मतलब ਉਹ ਟੌਕਸਿਕ ਪ੍ਰੋਡਕਟ ਨਾ ਕੋਈ ਨਾਲ ਪ੍ਰੋਡਿਊਸ ਕਰਦਾ ਹੋਵੇ ਮਾਈਕਰੋਬ, ਜਦੋਂ ਉਹਨੂੰ ਫਰਮੈਂਟਰ 'ਚ ਗਰੋ ਕੀਤਾ, ਇਹ ਨਾ ਹੋਵੇ ਕਿ ਜਦੋਂ ਉਹਦਾ ਆਪਾਂ ਡਾਊਨ ਸਟ੍ਰੀਮਿੰਗ ਕਰਨੀ ਆ ਤਾਂ ਉਹਦੇ 'ਚ ਸਾਨੂੰ ਕੋਈ ਟੌਕਸਿਕ ਪ੍ਰੋਡਕਟ ਮਿਲੇ। ਟੌਕਸਿਕ ਪ੍ਰੋਡਕਟ ਕੋਈ ਨਹੀਂ ਮਿਲਣਾ ਚਾਹੀਦਾ। ਠੀਕ ਹੈ। should not demand more oxygen। ਜ਼ਿਆਦਾ ਆਕਸੀਜਨ ਦੀ ਰਿਕੁਆਇਰਮੈਂਟ ਨਾ ਹੋਵੇ, ਨਹੀਂ ਤਾਂ ਸਾਡਾ ਆਕਸੀਜਨ ਪ੍ਰੋਵਾਈਡ ਕਰਨ ਤੇ ਹੀ ਜ਼ਿਆਦਾ ਐਕਸਪੈਂਸਿਸ ਹੋ ਜਾਣੇ ਆ, ਕੋਸਟ ਆਫ ਪ੍ਰੋਡਕਸ਼ਨ ਵੱਧ ਜਾਣੀ ਆ ਤੇ ਫਿਰ ਜਿਹੜਾ ਬੈਨੀਫਿਟ ਆ ਉਹ ਘੱਟ ਹੋਏਗਾ। fairly easily amenable to genetic manipulation। ਇਮੈਨੂਅਲ ਦਾ ਮਤਲਬ ਕਿ ਉਹ 'ਚ ਮੈਨੀਪੂਲੇਸ਼ਨ ਕੀਤੀ ਜਾ ਸਕੇ, ਈਜ਼ੀਲੀ ਉਹਨੂੰ ਇੰਪਲੋਏ ਕੀਤਾ ਜਾ ਸਕੇ, ਕਿ ਉਹ 'ਚ ਜੀਨਸ ਚੇਂਜ ਕੀਤੀਆਂ ਜਾ ਸਕਣ RDNA ਟੈਕਨੋਲੋਜੀ ਜਾਂ ਫਿਰ ਕੁਛ ਵੀ ਇਦਾਂ ਦਾ ਯੂਜ਼ ਕਰਕੇ। ਅਮੈਨੇਬਲ ਦਾ ਮਤਲਬ ਸਿੰਪਲ ਹੀ ਆਹੀ ਆ ਕਿ ਉਹਨੂੰ ਯੂਜ਼ ਕੀਤਾ ਜਾ ਸਕਦਾ, ਉਹਦੇ 'ਚ ਕੋਈ ਜੈਨੇਟਿਕ ਮਟੀਰੀਅਲ ਚੇਂਜ ਕਰ ਸਕਦੇ ਆਪਾਂ, ਉਹਦਾ ਠੀਕ ਹੈ। ਪਲਾਜ਼ਮਿਡ ਦੇ ਥਰੂ ਜਾਂ ਕਿਸੇ ਤਰੀਕੇ ਨਾਲ ਯੂਜ਼ ਕਰਕੇ, ਪਲਾਜ਼ਮਿਡ ਦੇ ਵਿੱਚ ਕੋਈ ਫੋਰਨ ਜੀਨ ਇੰਟਰੋਡਿਊਸ ਕਰਕੇ ਜਾਂ ਕੋਈ ਜੀਨ ਡਿਲੀਟ ਕਰਕੇ ਜਾਂ ਕੋਈ ਇਨਸਰਸ਼ਨ ਕਰਕੇ, ਸਬਸਟੀਟਿਊਸ਼ਨ ਕਰਕੇ, ਕਿਸੇ ਵੀ ਤਰੀਕੇ ਨਾਲ ਕਿ ਜਿਹਦੇ ਨਾਲ ਉਹਦਾ DNA ਚੇਂਜ ਕਰਕੇ ਉਹਦਾ ਪ੍ਰੋਡਕਟ ਚੇਂਜ ਕੀਤਾ ਜਾ ਸਕੇ, बेनिफिशियल बनाया जा सके होर ज्यादा। ठीक।
ਲਾਸਟ ਸੈਕਿੰਡ ਲਾਸਟ ਪੁਆਇੰਟ, suitable method ਹੋਵੇ of product harvest at the end of fermentation। ਮਤਲਬ ਜਦੋਂ ਫਰਮੈਂਟੇਸ਼ਨ ਹੋ ਗਈ ਆ, ਹੈਨਾ, ਹੁਣ ਮੈਂ ਉਹਦੇ ਤੋਂ ਪ੍ਰੋਡਕਟ ਡਿਰਾਈਵ ਕਰਨਾ, ਤੇ ਉਸ ਪ੍ਰੋਡਕਟ ਨੂੰ ਡਿਰਾਈਵ ਕਰਨ ਦੇ ਵਿੱਚ ਬਹੁਤ ਸਿੰਪਲ ਸੁਟੇਬਲ ਮੈਥਡ ਹੋਵੇ। ਐ ਨਾ ਹੋਵੇ ਕਿ ਬਹੁਤ ਕੰਪਲੈਕਸ ਮੈਥਡ ਆ, ਬਹੁਤ ਟਾਈਮ ਲੱਗ ਰਿਹਾ, ਜਾਂ ਫਿਰ ਅੱਧਾ ਪ੍ਰੋਡਕਟ ਡਿਰਾਈਵ ਕਰਨ ਦੇ ਵਿੱਚ ਹੀ ਵੇਸਟ ਹੋ ਰਿਹਾ। ਮਤਲਬ ਯੀਲਡ ਮੈਕਸਿਮਮ ਹੋਣੀ ਚਾਹੀਦੀ ਆ, ਯੀਲਡ ਮੈਕਸਿਮਮ ਹੋਵੇ, ਟਾਈਮ ਵੀ ਘੱਟ ਲੱਗਦਾ ਹੋਵੇ, ਮਤਲਬ ਸੁਟੇਬਲ ਮੈਥਡ ਹੋਵੇ ਫਰਮੈਂਟੇਸ਼ਨ ਤੋਂ ਬਾਅਦ ਪ੍ਰੋਡਕਟ ਹਾਰਵੈਸਟ ਕਰਨ ਦਾ। ਠੀਕ ਹੈ। The organism should have physiological requirements, ਫਿਜ਼ੀਓਲੋਜੀਕਲ ਰਿਕੁਆਇਰਮੈਂਟਸ ਦੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜੋ ਕਿ ਉਹਨੂੰ ਪ੍ਰੋਟੈਕਟ ਕਰਨ, protect them against competitive microbes। ਮਤਲਬ ਜਿਹੜੇ ਕੰਪੀਟੀਟਿਵ ਮਾਈਕਰੋ ਆਰਗੈਨਿਜ਼ਮ ਆ ਨਾ, ਜਿੱਦਾਂ ਹੁਣ ਇੱਕ ਮੀਡੀਆ ਵਾ, ਨੇਚਰ ਆ, ਡਾਰਵਿਨ ਦੀ ਥਿਊਰੀ ਹੁੰਦੀ ਨਾ, ਸਿਲੈਕਸ਼ਨ ਆਫ ਦਾ ਫਿਟੈਸਟ, ਕਿ ਜਿਹੜਾ ਸਭ ਤੋਂ ਬੈਸਟ ਮੀਡੀਅਮ ਚ ਗਰੋ ਕਰੂਗਾ ਉਹਦੀ ਜ਼ਿਆਦਾ ਗਰੋਥ ਹੋਊਗੀ। ਤੇ ਹੁਣ ਮੈਂ ਚਾਹੁੰਦੀ ਆ ਕਿ ਮੇਰਾ ਐਕਸ ਆਰਗੈਨਿਜ਼ਮ ਗਰੋ ਕਰੇ, ਐਕਸ ਆਰਗੈਨਿਜ਼ਮ ਗਰੋ ਕਰੇ, ਪਰ ਵਾਈ ਜਿਹੜਾ ਉਹ ਜ਼ਿਆਦਾ ਫਿੱਟ ਆ ਤਾਂ ਵਾਈ ਜ਼ਿਆਦਾ ਗਰੋ ਕਰੂਗਾ। ਤੇ ਏਦਾਂ ਹੋਣਾ ਚਾਹੀਦਾ ਕਿ ਐਕਸ ਜ਼ਿਆਦਾ ਫਿੱਟ ਹੋਵੇ, ਮਤਲਬ ਕਿ ਜਿਹੜਾ ਮੇਰਾ ਆਰਗੈਨਿਜ਼ਮ ਆ, ਜਿਹਦੇ ਤੋਂ ਕਿ ਮੈਂ ਪ੍ਰੋਡਕਟ ਲੈਣਾ ਵਾ, ਐਂਡ ਤੇ ਪ੍ਰੋਡਕਟ ਹਾਰਵੈਸਟ ਕਰਨਾ, ਉਹ ਮੇਰਾ ਜ਼ਿਆਦਾ ਕੀ ਹੋਣਾ ਚਾਹੀਦਾ ਵਾ, ਬੇਸਿਕਲੀ ਉਹਦੀਆਂ ਮਤਲਬ ਫਿਜ਼ੀਓਲੋਜੀਕਲ ਰਿਕੁਆਇਰਮੈਂਟ ਏਦਾਂ ਦੀਆਂ ਰੱਖਣੀਆਂ ਵਾ ਜਿਹਦੇ ਨਾਲ ਕਿ ਉਹ ਕੰਪੀਟੀਸ਼ਨ ਜਿਹੜਾ ਉਹਨੂੰ, ਮਤਲਬ ਕੰਪੀਟੀਟਿਵ ਪੈਥੋਜਨ ਨੂੰ ਜ਼ਿਆਦਾ ਗਰੋ ਨਾ ਹੋਣ ਦੇਵੇ। ਮਤਲਬ ਮੈਕਸਿਮਮ ਮਾਈਕਰੋਬਾਇਓਟਾ ਜਿਹੜਾ ਵਾ 90 to 95% ਮਾਈਕਰੋਬਾਇਓਟਾ ਜੋ ਹੈ ਉਹ ਸਾਡਾ ਡਿਜ਼ਾਇਰਡ ਮਾਈਕਰੋਬ ਦਾ ਹੋਣਾ ਚਾਹੀਦਾ, ਜਿਹਨੂੰ ਮੈਂ ਗਰੋ ਕਰਾ ਕੇ ਪ੍ਰੋਡਕਟ ਹਾਰਵੈਸਟ ਕਰਨਾ। ਹੁਣ ਆਪਾਂ ਨੈਕਸਟ ਟੌਪਿਕ ਤੇ ਗੱਲ ਕਰਨੀ ਆ। ਜਸਟ ਬਰੋਡ ਹੀ ਆਈਡੀਆ ਦੇ ਰਹੀ ਆ ਮੈਂ ਇਸ ਦੇ ਵੀਡੀਓ ਦੇ ਵਿੱਚ। ਆਈਸੋਲੇਸ਼ਨ ਆਫ ਮਾਈਕਰੋਬਸ, ਕਿ ਯਾਰ ਮਾਈਕਰੋਬ ਪੇਪਰ ਵਿੱਚ ਕਰੈਕਟਰਿਸਟਿਕਸ ਦੇ ਉੱਪਰ ਜੇ ਕੁਐਸਚਨ ਆਂਦਾ ਤੇ ਬਸ ਇੰਨਾ ਕਰੇ ਕਰਨਾ ਹੈ? ਤੈਨੂੰ ਇਲੈਬੋਰੇਟ ਕਰਕੇ ਲਿਖਣਾ, ਇਹਨਾਂ ਛੋਟੇ ਛੋਟੇ ਪੁਆਇੰਟ ਥੋੜੀ ਲਿਖਣੇ। ਤਾਂ ਮੈਂ ਪਹਿਲਾਂ ਹੀ ਬੋਲਿਆ ਕਿ ਓਵਰਆਲ ਆਈਡੀਆ ਜਸਟ ਦੇ ਰਹੀ ਆ ਮੈਂ। ਆਈਸੋਲੇਸ਼ਨ ਆਫ ਮਾਈਕਰੋ ਆਰਗੈਨਿਜ਼ਮ ਦਾ ਮਤਲਬ ਕੀ ਆ ਕਿ ਕਿਸੇ ਨੈਚੁਰਲ ਇਨਵਾਇਰਨਮੈਂਟ, ਜਿੱਦਾਂ ਸੋਇਲ, ਵਾਟਰ, ਨੈਚੁਰਲ ਇਨਵਾਇਰਨਮੈਂਟ, ਜਾਂ ਕਿਸੇ ਮਿਕਸਡ ਕਲਚਰ ਤੋਂ ਆਈਸੋਲੇਟ ਕਰਨਾ ਮਾਈਕਰੋ ਆਰਗੈਨਿਜ਼ਮ ਨੂੰ। ਮਤਲਬ ਇੱਕ ਕੁਝ ਕਲਚਰ ਆ, ਕੁਝ ਮੀਡੀਆ, ਜਾਂ ਕੋਈ ਇੱਕ ਸੈਂਪਲ ਜਿੱਦਾਂ ਕਿ ਸੋਇਲ ਹੋ ਸਕਦਾ, ਜਾਂ ਵਾਟਰ, ਜਾਂ ਫਿਰ ਕਮਰਸ਼ੀਅਲੀ ਅਵੇਲੇਬਲ ਸੈਂਪਲ, ਉਹਦੇ ਵਿੱਚੋਂ ਆਪਾਂ ਮਤਲਬ ਮਾਈਕਰੋ ਆਰਗੈਨਿਜ਼ਮਸ ਨੂੰ ਸੈਪਰੇਟ ਕਰਨਾ, ਡੈਟ ਇਜ਼ ਆਈਸੋਲੇਸ਼ਨ। ਆਪਾਂ ਕਰਦੇ ਕੀ ਆ, ਸਪੈਸਿਫਿਕ ਮੀਡੀਅਮ ਪ੍ਰੋਵਾਈਡ ਕਰਦੇ ਆ, ਠੀਕ ਹੈ, ਸਪੈਸਿਫਿਕ ਕੰਡੀਸ਼ਨਸ ਦਿੰਨੇ ਆ ਉਹਨੂੰ ਜਿਹਦੇ ਨਾਲ ਕਿ ਉਹ ਗਰੋ ਕਰ ਸਕੇ। ਸਪੈਸਿਫਿਕ ਕੰਡੀਸ਼ਨਸ ਜਿੱਦਾਂ ਟੈਂਪਰੇਚਰ, ਪ੍ਰੈਸ਼ਰ, ਪੀਐਚ, ਇਹ ਸਭ ਚੀਜ਼ਾਂ ਮੈਟਰ ਕਰਦੀਆਂ। ਠੀਕ ਹੈ, ਹੁਣ ਇਸ ਤੋਂ ਅੱਗੇ ਆਈਸੋਲੇਸ਼ਨ ਬਾਰੇ ਹੋਰ ਗੱਲ ਕਰਨੀ ਹੈ। ਇਸ ਤੋਂ ਪਹਿਲਾਂ ਕਿ ਥੋੜਾ ਜਿਹਾ ਮੈਂ ਦੱਸਣਾ ਚਾਹੂੰਗੀ ਪਿਓਰ ਕਲਚਰ ਕੀ ਹੁੰਦਾ ਉਹਦੇ ਬਾਰੇ। ਪਿਓਰ ਕਲਚਰ, ਜਿੱਦਾਂ ਹੁਣ ਮੰਨ ਲਓ ਕਿ ਇੱਕ ਪੈਟਰੀ ਪਲੇਟ ਆ ਮੇਰੇ ਕੋਲ, ਇਸ ਪੈਟਰੀ ਪਲੇਟ ਤੇ ਮੈਂ ਮਤਲਬ ਸੋਇਲ ਤੋਂ ਕੋਈ ਬੈਕਟੀਰੀਆ ਵਗੈਰਾ ਗਰੋ ਕਰਾਏ, ਸੋਇਲ ਇਨੋਕੂਲੇਟ ਕਰਤੀ ਸੀ ਇੱਥੇ ਡਿਲੂਸ਼ਨਸ ਬਣਾ ਕੇ, ਬਹੁਤ ਸਾਰੀਆਂ ਕਲੋਨੀਜ਼ ਬਣ ਗਈਆਂ,
ਠੀਕ ਹੈ। ਹੁਣ ਉਹ ਕਲੋਨੀ ਹੋ ਸਕਦਾ ਆ ਕਿਸੇ ਦੂਸਰੇ ਬੈਕਟੀਰੀਆ ਦੀ ਹੋਵੇ, ਹਨਾ, ਆ ਵਾਲੀ ਜਿਹੜੀ ਕਲੋਨੀ ਆ ਉਹ ਕਿਸੇ ਹੋਰ ਬੈਕਟੀਰੀਆ ਦੀ ਹੋਵੇ, ਜਾਂ ਫਿਰ ਕਿਸੇ ਮਾਈਕਰੋਬ ਦੀ, ਕਿ ਕੋਈ ਵੀ ਹੋਵੇ। ਹੁਣ ਹਾਂ ਇੱਥੋਂ ਦੀ ਸਿਰਫ ਔਰ ਸਿਰਫ ਰੈਡ ਵਾਲੇ ਬੈਕਟੀਰੀਆਜ਼ ਨੂੰ ਸੈਪਰੇਟ ਕਰਨਾ, ਜਾਂ ਫਿਰ ਸਿਰਫ ਗ੍ਰੀਨ ਵਾਲੇ ਬੈਕਟੀਰੀਆਜ਼ ਨੂੰ, ਮਤਲਬ ਇੱਕ ਪਾਰਟਿਕੂਲਰ ਸਪੀਸੀਜ਼ ਨੂੰ ਸੈਪਰੇਟ ਕਰਨਾ ਨਾ, ਇਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ, ਪਿਓਰ ਕਲਚਰਿੰਗ। ਅੱਛਾ ਠੀਕ ਹੈ। ਮਤਲਬ ਪਿਓਰ ਕਲਚਰ ਕੀ ਹੁੰਦਾ ਬੇਸਿਕਲੀ, ਜਿਹਦੇ ਵਿੱਚ ਸਿਰਫ ਇੱਕ ਸਿੰਗਲ ਟਾਈਪ ਦੀ ਸਪੀਸੀਜ਼ ਹੁੰਦੀ ਹੈ ਮਾਈਕਰੋ ਆਰਗੈਨਿਜ਼ਮ ਦੀ। ਠੀਕ ਹੈ। ਡੈਫੀਨੇਸ਼ਨ ਬੋਲ ਦਿੱਤੀ ਹੈ, ਠੀਕ ਹੈ। ਉਸ ਤੋਂ ਬਾਅਦ ਹੁਣ ਠੀਕ ਹੁੰਦਾ ਕੀ ਆ, ਮਤਲਬ ਕਿ ਇੱਕ ਸਿੰਗਲ ਟਾਈਪ ਦਾ ਸੈੱਲ, ਸਿੰਗਲ ਟਾਈਪ ਆਫ ਸੈੱਲ ਗॉट ਆਈਸੋਲੇਟਡ, ਤੇ ਫਿਰ ਉਹ ਕੀ ਕਰਦਾ, ਮਲਟੀਪਲਾਈ ਕਰਦਾ, ਫਿਰ ਉਹ ਡਿਸਕ੍ਰੀਟ ਕਲੋਨੀ ਬਣਾ ਦਿੰਦਾ। ਇਹਨੂੰ ਆਪਾਂ ਪਿਓਰ ਕਲਚਰਿੰਗ ਕਹਿ ਦਿੰਦੇ ਹਾਂ। ਹੁਣ ਆ ਗਿਆ isolation of pure culture। मतलब प्योर कल्चर बनाने दे methods, मेन प्योर कल्चर बनाने दे ठीक 3 methods आ। फर्स्ट इज streak plate method, second one is pour plate method, and last one is spread plate method। ਹੁਣ ਹੌਲੀ ਹੌਲੀ ਗੱਲ ਕਰਨੀ ਆ ਕਿ ਇਹ ਕਿੱਦਾਂ, ਮਤਲਬ ਕਿਹੜੇ ਕਿਹੜੇ ਮੈਥਡ ਆਪਾਂ ਕਿੱਦਾਂ ਕਿੱਦਾਂ ਯੂਜ਼ ਕਰਦੇ ਆ। ਜਿੱਦਾਂ ਹੁਣ ਮੈਂ ਸਭ ਤੋਂ ਪਹਿਲਾਂ ਅਗਰ ਗੱਲ ਕਰਾਂ ਸਟ੍ਰੀਕ ਪਲੇਟ ਮੈਥਡ ਦੀ, ਸਟ੍ਰੀਕ ਪਲੇਟ ਮੈਥਡ 'ਚ ਆਪਾਂ ਕੀ ਕਰਦੇ ਆ, ਕਿਸੇ ਪਿਓਰ ਕਲਚਰ ਮਾਈਕਰੋ ਆਰਗੈਨਿਜ਼ਮ ਦੇ ਨੂੰ ਸੈਪਰੇਟ ਕਰਦੇ ਫਰੋਮ ਮਿਕਸਡ ਕਲਚਰ। ਇਨੋਕੂਲਮ ਬਹੁਤ ਥਿਨ ਕਰ ਦਿੰਦੇ ਆ ਕਿਸੇ ਸੋਲਿਡ ਆਕਾਰ ਤੇ। ਜਿੱਦਾਂ ਹੁਣ ਮੈਂ ਇੱਕ ਡਾਇਗਰਾਮ ਦੇ ਥਰੂ ਸਮਝਾਵਾਂ ਤਾਂ ਇੱਕ ਆ ਮੇਰੇ ਕੋਲ ਮੀਡੀਆ, ਠੀਕ ਹੈ। ਤਾਂ ਬੇਸਿਕਲੀ ਇੱਕ ਇਹ ਪਲੇਟ ਆ, ਪੈਟਰੀ ਪਲੇਟ, ਜਿਹਦੇ ਵਿੱਚ ਕਿ ਮੈਂ ਅਗਾਰ ਪਾ ਕੇ ਉਹਨੂੰ ਸੋਲੀਡੀਫਾਈ ਕਰਤਾ, ਠੀਕ ਹੈ। ਸੋਲੀਡੀਫਾਈ ਕਰਨ ਤੋਂ ਬਾਅਦ ਕੀ ਕੀਤਾ ਮੈਂ, ਮੇਰੇ ਕੋਲ ਇੱਕ ਮਿਕਸਡ ਕਲਚਰ ਆ, ਮਿਕਸਡ ਕਲਚਰ 'ਚ XYZ ਟਾਈਪ ਦੇ ਬੈਕਟੀਰੀਆ ਡਿਫਰੈਂਟ ਹੈ ਪ੍ਰੈਜ਼ੈਂਟ ਆਲਰੇਡੀ, ਠੀਕ ਹੈ। ਆਈ ਵਾਂਟ ਟੂ ਸੈਪਰੇਟ ਦਿਸ ਪਾਰਟਿਕੂਲਰ ਰੈਡ ਸਪੀਸ਼ੀਜ਼। ਤੇ ਮੈਂ ਹੁਣ ਕੀ ਕਰਾਂਗੀ, ਇਨੋਕੂਲਮ ਨੀਡਲ ਲਵਾਂਗੀ, ਇਨੋਕੂਲਮ ਨੀਡਲ, ਉਹਦੀ ਹੈਲਪ ਦੇ ਨਾਲ ਮੈਂ ਥੋੜਾ ਇਨੋਕੂਲਮ ਲਵਾਂਗੀ ਔਰ ਇੱਥੇ ਸਟ੍ਰੀਕ ਕਰ ਦਾਂਗੀ। ਉਸ ਤੋਂ ਬਾਅਦ ਫਿਰ ਇੱਥੇ ਸਟ੍ਰੀਕ ਕਰਾਂਗੀ, ਫਿਰ ਦੁਬਾਰਾ ਸਟ੍ਰੀਕ ਕਰਾਂਗੀ, ਔਰ ਲਾਸਟ ਤੇ ਫਿਰ ਹੋਰ ਸਟ੍ਰੀਕ ਕਰਾਂਗੀ। ਬਾਰ ਬਾਰ ਨਹੀਂ, ਮਤਲਬ ਇਨੋਕੂਲਮ ਲੈਣਾ, ਇਨੋਕੂਲਮ ਇੱਕੋ ਵਾਰ ਲੈਣਾ। ਹੁਣ ਇੱਥੇ ਜ਼ਿਆਦਾ ਕਲੋਨੀਜ਼ ਹੋਣਗੀਆਂ, ਇੱਥੇ ਥੋੜੀਆਂ ਘੱਟ, ਇੱਥੇ ਹੋਰ ਘੱਟ, ਇੱਥੇ ਸਭ ਤੋਂ ਘੱਟ। ਇੱਥੇ ਜਿਹੜੇ ਮੈਕਸਿਮਮਲੀ, ਇਹਨੂੰ ਆਪਾਂ ਕਹਿੰਦੇ ਫਸਟ ਕੁਆਡਰੈਂਟ, ਸੈਕਿੰਡ, ਥਰਡ ਤੇ ਫੋਰਥ। ਥਰਡ ਜਾਂ ਫੋਰਥ, ਇਹਨਾਂ ਦੋਨਾਂ ਕੁਆਡਰੈਂਟਸ ਦੇ ਵਿੱਚ ਡਿਸਕ੍ਰੀਟ ਕਲੋਨੀਜ਼ ਆਉਂਦੀਆਂ। ਡਿਸਕ੍ਰੀਟ ਕਲੋਨੀਜ਼ ਦਾ ਮਤਲਬ ਇੱਥੇ ਤਾਂ ਜਿਹੜਾ ਫਸਟ ਕੁਆਡਰੈਂਟ ਦਾ ਮੋਸਟਲੀ ਲਾਈਨ ਆਉਂਦੀ ਹੈ, ਮਤਲਬ ਕਿੰਨੀਆਂ ਸਾਰੀਆਂ ਕਲੋਨੀ ਏਦਾਂ ਇਕੱਠੀਆਂ ਇਕੱਠੀਆਂ। ਸੈਕਿੰਡ ਕੁਆਡਰੈਂਟ 'ਚ ਥੋੜਾ ਥੋੜਾ ਦੂਰ ਡਿਸਟੈਂਸ ਹੋ ਜਾਂਦਾ ਹੈਗਾ। ਥਰਡ ਵਿੱਚ ਹੋ ਸਕਦਾ ਡਿਸਕ੍ਰੀਟ ਹੈ, ਤੇ ਫੋਰਥ 'ਚ ਬਹੁਤ ਫਿਊ ਏਦਾਂ। ਹੁਣ ਇੱਥੋਂ ਆਪਾਂ ਡਿਸਕ੍ਰੀਟ ਕਲੋਨੀ ਆਈਸੋਲੇਟ ਕਰਦੇ ਹਾਂ। ਮਤਲਬ ਸਟ੍ਰੀਕ ਪਲੇਟ 'ਚ ਕੀ ਹੁੰਦਾ, ਇਨੋਕੂਲਮ ਨੀਡਲ ਯੂਜ਼ ਕਰਕੇ ਕੁਆਡਰੈਂਟ ਪਲੇਟਿੰਗ ਮੈਥਡ ਦੇ ਨਾਲ ਆਪਾਂ ਸਿੰਪਲ ਕਲੋਨੀਜ਼ ਜਿਹੜੀਆਂ ਮਾਈਕਰੋ ਆਰਗੈਨਿਜ਼ਮ ਦੀਆਂ ਉਹ ਸੈਪਰੇਟ ਕਰ ਲੈਂਦੇ ਹਾਂ। ਠੀਕ ਹੈ। ਨੈਕਸਟ ਆ ਗਿਆ ਹੁਣ ਸਪਰੈਡ ਪਲੇਟ ਮੈਥਡ। ਸਪਰੈਡ ਪਲੇਟ ਮੈਥਡ 'ਚ ਕੀ ਹੁੰਦਾ ਹੈਗਾ, ਇੱਕ ਪਿਓਰ ਪਲੇਟ, ਫਿਰ ਦੁਬਾਰਾ ਉਹੀ ਸੇਮ ਕਲਚਰ ਪਲੇਟ ਲੈਂਦੇ ਆਪਾਂ, ਉਹਨੂੰ ਸੋਲੀਡੀਫਾਈ ਕੀਤਾ ਹੋਇਆ ਮੀਡੀਆ ਨੂੰ, ਠੀਕ। ਹੁਣ ਆਪਾਂ ਕੀ ਕਰਨਾ, ਬੇਸਿਕਲੀ ਕੋਈ ਸੈਂਪਲ ਲੈ ਕੇ
ਸੈਂਪਲ ਦੀਆਂ ਹਮ ਡਿਲੂਸ਼ਨਸ ਤਿਆਰ ਕਰਨੀਆਂ, ਜਿੱਦਾਂ ਸੋਇਲ ਸੈਂਪਲ ਲਿੱਤਾ ਉਹਦੀਆਂ ਡਿਲੂਸ਼ਨਸ ਤਿਆਰ ਕਰਤੀਆਂ, 10 to the power minus ਹਮ 1, 10 to the power minus 2, 10 to the power minus 3, 10 to the power minus 4 ਏਦਾਂ। ਠੀਕ ਹੈ, ਹੁਣ ਮੈਂ ਕੋਈ ਇੱਕ ਸੁਟੇਬਲ ਐਲੀਕੇਟ ਲੈ ਲਿਆ, ਮੰਨ ਲਾ 10 to the power minus 3 ਲਿੱਤਾ, ਇੱਥੋਂ ਦੀ ਇੱਕ ਫਿਕਸਡ ਅਮਾਉਂਟ ਆਫ ਸੈਂਪਲ 100 ਮਾਈਕਰੋਲੀਟਰ ਸੈਂਪਲ ਪਾਈਪਿਡ ਦੇ ਨਾਲ ਇੱਥੇ ਸੈਂਟਰ 'ਚ ਡਿਸਪਰਸ ਕਰਤਾ। ਠੀਕ ਹੈ, ਸੈਂਟਰ 'ਚ ਡਿਸਪਰਸ ਕਰਨ ਤੋਂ ਬਾਅਦ, ਕਿਉਂਕਿ ਆਲਰੇਡੀ ਇੱਥੇ ਮੀਡੀਆ ਜਿਹੜਾ ਸੋਲਿਡਿਫਾਈ ਹੈ, ਇੱਕ ਸਪਰੈਡਰ, ਐਲ ਸ਼ੇਪਡ ਸਪਰੈਡਰ, ਇਸ ਟਾਈਪ ਦਾ ਸਪਰੈਡਰ, ਸਪਰੈਡਰ ਦੀ ਹੈਲਪ ਨਾਲ ਇਹਨੂੰ ਈਵਨਲੀ ਸਪਰੈਡ ਕਰਤਾ। ਫਿਰ ਇਹਨੂੰ ਕੀ ਕੀਤਾ, ਇਨਕਿਊਬੇਟ ਕੀਤਾ। ਇਨਕਿਊਬੇਟ ਕਰਨ ਤੋਂ ਬਾਅਦ ਸਾਨੂੰ ਕੀ ਨਜ਼ਰ ਆਇਆ, ਡਿਫਰੈਂਟ ਕਲੋਨੀਜ਼ ਨਜ਼ਰ ਆਈਆਂ। ਔਰ ਸਿਰਫ ਜਿਹੜੀ ਅਗਾਰ ਪਲੇਟ ਦੀ ਸਰਫੇਸ ਆ ਨਾ, ਉਹਦੇ ਉੱਪਰ ਹੀ ਸਿਰਫ ਕਲੋਨੀਜ਼ ਹੁੰਦੀਆਂ। ਠੀਕ ਹੈ, ਹੁਣ ਆਪਾਂ ਨੈਕਸਟ ਗੱਲ ਕਰਨੀ ਹੈਗੀ ਆ ਲਾਸਟ ਮੈਥਡ ਜਿਹੜਾ ਆਈਸੋਲੇਸ਼ਨ ਦਾ, ਡੈਟ ਇਜ਼ ਪੋਰ ਪਲੇਟ ਮੈਥਡ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਹੁਣ ਸਿੰਪਲ ਇੱਕ ਪੈਟਰੀ ਪਲੇਟ ਲੈਣੀ, ਪੈਟਰੀ ਪਲੇਟ ਦੇ ਵਿੱਚ ਸੇਮ ਉਹੀ ਡਿਲੂਸ਼ਨਸ ਤੋਂ ਥੋੜਾ ਜਿਹਾ ਸਿੰਪਲ ਐਲੀਕੁਏਟ ਲੈ ਕੇ ਸੈਂਟਰ 'ਚ ਸੈਂਪਲ ਪਾਤਾ। ਉਸ ਤੋਂ ਬਾਅਦ ਕੀ ਕਰਨਾ, ਮੋਲਟਨ ਮੀਡੀਆ, ਮਤਲਬ ਮੋਲਟਨ ਅਗਾਰ ਮੀਡੀਅਮ ਜਿਹੜਾ ਵਾ ਉਹ ਇਹਦੇ ਤੇ ਲੋਡ ਕਰਤਾ। ਉਸ ਤੋਂ ਬਾਅਦ ਕੀ ਕਰਨਾ, ਇਸ ਪਲੇਟ ਨੂੰ ਸਵਰਲ ਕਰਨਾ, ਮਤਲਬ ਕਲੌਕਵਾਈਜ਼ ਤੇ ਐਂਟੀ ਕਲੌਕਵਾਈਜ਼ ਘੁਮਾਉਣਾ ਹੈਗਾ, ਤਾਂ ਕਿ ਆ ਜਿਹੜਾ ਸੈਂਪਲ ਆ ਉਹ ਈਵਨਲੀ ਡਿਸਟਰੀਬਿਊਟ ਹੋ ਜੇ। ਡਿਸਟਰੀਬਿਊਟ ਹੋਣ ਤੋਂ ਬਾਅਦ ਕੀ ਹੋਏਗਾ, ਉਹਨੂੰ ਇਨਕਿਊਬੇਟ ਕਰਾਂਗੇ। ਇਨਕਿਊਬੇਟ ਕਰਨ ਤੋਂ ਬਾਅਦ ਕੀ ਹੋਏਗਾ, ਡਿਫਰੈਂਟ ਕਲੋਨੀਜ਼ ਨਜ਼ਰ ਆ ਜਾਣਗੀਆਂ। ਹੁਣ ਜਿਹੜੀਆਂ ਕਲੋਨੀਜ਼ ਹੋਣਗੀਆਂ ਉਹ ਸਰਫੇਸ ਦੇ ਉੱਪਰ ਵੀ ਹੋਣਗੀਆਂ ਔਰ ਪਲੇਟ ਦੇ ਅੰਦਰ ਵੀ ਹੋਣਗੀਆਂ। ਮਤਲਬ ਡੈਪਥ ਜਿੱਦਾਂ ਹੁਣ ਏਦਾਂ ਪਲੇਟ ਆ, ਪਲੇਟ ਦੇ ਅੰਦਰ ਵੀ ਕਲੋਨੀਜ਼ ਹੋ ਸਕਦੀਆਂ ਮੀਡੀਆ ਦੇ ਅੰਦਰ। ਸਪਰੈਡ ਪਲੇਟ 'ਚ ਕੀ ਸੀ, ਸਿਰਫ ਉੱਪਰ ਕਲੋਨੀਜ਼ ਆਉਂਦੀਆਂ ਸੀ, ਬਟ ਪੋਰ ਪਲੇਟ 'ਚ ਕੀ ਆ, ਕਿਉਂਕਿ ਹੁਣ ਮੀਡੀਅਮ ਦੇ ਵਿੱਚ ਮਿਕਸ ਹੋਇਆ ਨਾ ਸੈਂਪਲ, ਤਾਂ ਉਹ ਅੰਦਰ ਵੀ ਆ ਸਕਦੀਆਂ ਕਲੋਨੀਜ਼। ਠੀਕ ਠੀਕ ਹੈ। ਹੁਣ ਆਪਾਂ ਨੈਕਸਟ ਗੱਲ ਕਰਾਂਗੇ ਸਕਰੀਨਿੰਗ ਆਫ ਮਾਈਕਰੋਬਸ ਬਾਰੇ। ਸਕਰੀਨਿੰਗ ਆਫ ਮਾਈਕਰੋ ਆਰਗੈਨਿਜ਼ਮਸ। ਸਕਰੀਨਿੰਗ 'ਚ ਹੁੰਦਾ ਕੀ ਆ, ਬੇਸਿਕਲੀ ਆਪਾਂ ਕਰਦੇ ਹਾਂ ਕਿ ਹੁਣ ਮਿਕਸਡ ਕਲਚਰ 'ਚ ਸਾਨੂੰ ਪਤਾ ਡਿਫਰੈਂਟ ਟਾਈਪ ਦੇ ਮਾਈਕਰੋਬਸ ਸੀਗੇ। ਹੁਣ ਮੈਂ ਕੁਝ ਇਦਾਂ ਦਾ ਮਾਈਕਰੋਬ ਚਾਹੁੰਦੀ ਆ ਜਿਹਦੇ ਵਿੱਚ ਕੁਝ ਇੱਕ ਸਪੈਸੀਫਿਕ ਪ੍ਰੋਡਕਟ ਪ੍ਰੋਡਿਊਸ ਕਰਨ ਦੀ ਕੈਪੇਬਿਲਿਟੀ ਹੋਵੇ। ਜਿੱਦਾਂ ਕਿ ਮੰਨ ਲਓ ਕਿ ਮੈਂ ਚਾਹੁੰਦੀ ਹਾਂ ਕਿ ਸੈਲੂਲੋਜ਼ ਡਾਈਜੈਸਟ ਕਰਨ ਵਾਲਾ ਬੈਕਟੀਰੀਆ ਮੈਨੂੰ ਚਾਹੀਦਾ, ਸੈਲੂਲੋਜ਼ ਡਾਈਜੈਸਟਿੰਗ ਬੈਕਟੀਰੀਆ, ਤੇ ਉਹ ਕੀ ਪ੍ਰੋਡਿਊਸ ਕਰਦਾ ਹੋਊਗਾ, ਸੈਲੂਲੋਜ਼ ਡਾਈਜੈਸਟਿੰਗ ਬੈਕਟੀਰੀਆ ਅਲਫਾ ਅਮਾਈਲੇਜ਼ ਪ੍ਰੋਡਿਊਸ ਕਰਦਾ ਹੋਏਗਾ। ਤੇ ਮੈਂ ਇਦਾਂ ਦਾ ਬੈਕਟੀਰੀਆ ਕਲਚਰ ਤੋਂ ਆਈਸੋਲੇਟ ਕਰਨਾ ਚਾਹੁੰਦੀ ਆ ਜਿਹੜਾ ਕਿ ਅਲਫਾ ਅਮਾਈਲੇਜ਼ ਪ੍ਰੋਡਿਊਸ ਕਰਦਾ ਹੋਵੇ। ਇਹਨੂੰ ਆਪਾਂ ਕਵਾਂਗੇ ਸਕਰੀਨਿੰਗ ਮੈਥਡ। ਸਕਰੀਨਿੰਗ ਮੈਥਡ 'ਚ ਆਪਾਂ ਕੀ ਕਰਦੇ ਆ, ਕੋਈ ਪਾਰਟਿਕੂਲਰ ਅਮਾਈਨੋ ਐਸਿਡ ਬਣਾਉਣ ਵਾਲਾ ਬੈਕਟੀਰੀਆ ਆਈਸੋਲੇਟ ਕਰ ਸਕਦੇ ਆ, ਜਾਂ ਕੋਈ ਪਾਰਟਿਕੂਲਰ ਇੰਜ਼ਾਈਮ ਪ੍ਰੋਡਿਊਸ ਕਰਨ ਵਾਲਾ ਬੈਕਟੀਰੀਆ ਆਈਸੋਲੇਟ ਕਰ ਸਕਦੇ ਆ, ਜਾਂ ਕੋਈ ਪਾਰਟਿਕੂਲਰ ਐਂਟੀਬਾਇਓਟਿਕ ਪ੍ਰੋਡਿਊਸ ਕਰਨ ਵਾਲਾ ਬੈਕਟੀਰੀਆ ਜਾਂ ਵਾਇਰਸ ਜੋ ਵੀ ਹੁੰਦਾ ਉਹ ਯੂਜ਼ ਆਪਾਂ ਆਈਸੋਲੇਟ ਕਰ ਸਕਦੇ ਆ, ਕੋਈ ਮਾਈਕਰੋਬ। ਹੈਲੋ, ਠੀਕ ਹੈ। ਹੁਣ ਮੈਥਡਸ ਆ ਗਏ ਸਕਰੀਨਿੰਗ ਦੇ। ਮੈਥਡਸ ਆਫ ਸਕਰੀਨਿੰਗ। Three methods are there. First is enrichment culture technique. दूसरी ਜਿਹੜੀ technique ਆ that is indicator dye technique. And the third one is crowded plate technique. ਹੁਣ ਸਭ ਤੋਂ ਪਹਿਲਾਂ ਆਪਾਂ ਆਹੀ ਗੱਲ ਕਰਾਂਗੇ
ਐਨਰਿਚਮੈਂਟ ਮੀਡੀਆ ਟੈਕਨੀਕ ਦੀ। ਠੀਕ। ਮੈਂ ਇੱਕ ਐਗਜ਼ਾਮਪਲ ਦੇ ਥਰੂ ਹੀ ਸਮਝਾਉਂਗੀ। ਐਨਰਿਚਮੈਂਟ ਮੀਡੀਆ ਦੇ ਵਿੱਚ ਟੈਕਨੀਕ 'ਚ ਆਪਾਂ ਕੀ ਕਰਦੇ, ਇੱਕ ਐਨਰਿਚਮੈਂਟ ਮੀਡੀਆ ਲੈਂਦੇ ਆ, ਏਦਾਂ ਦਾ ਮੀਡੀਅਮ ਜਿਹੜਾ ਕਿ ਸਿਰਫ ਇੱਕ ਪਰਟੀਕੂਲਰ ਮਾਈਕਰੋ ਆਰਗੈਨਿਜ਼ਮ ਦੀ ਗਰੋਥ ਨੂੰ ਹੀ ਫੇਵਰ ਕਰਦਾ ਹੋਵੇ, ਬਾਕੀ ਜਿਹੜੇ ਦੂਸਰੇ ਮਾਈਕਰੋ ਆਰਗੈਨਿਜ਼ਮ ਆ ਉਹਨਾਂ ਦੀ ਗਰੋਥ ਨੂੰ ਫੇਵਰ ਨਾ ਕਰਦਾ ਹੋਵੇ। ਹੁਣ ਜਿੱਦਾਂ ਮੈਂ ਸਟਾਰਟਿੰਗ 'ਚ ਹੀ ਗੱਲ ਕੀਤੀ ਸੀਗੀ ਕਿ ਮੈਨੂੰ ਇਦਾਂ ਦਾ ਬੈਕਟੀਰੀਆ ਚਾਹੀਦਾ ਜਿਹੜਾ ਕਿ ਸੈਲੂਲੋਜ਼ ਨੂੰ ਡਾਈਜੈਸਟ ਕਰ ਸਕਦਾ ਹੋਵੇ। ਇਹਦਾ ਮਤਲਬ ਮੈਂ ਮੀਡੀਆ 'ਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਸੈਂਪਲ ਪਾਉਂਗੀ, ਸੋਇਲ ਪਾਉਂਗੀ, ਕਿਉਂਕਿ ਸੋਇਲ 'ਚ ਬਹੁਤ ਸਾਰੇ ਬੈਕਟੀਰੀਆ ਹੁੰਦੇ ਆਲਰੇਡੀ ਪ੍ਰੈਜ਼ੈਂਟ, ਪਲੱਸ ਉਹਦੇ ਵਿੱਚ ਸੈਲੂਲੋਜ਼ ਪਾਉਂਗੀ। ਹੁਣ ਪੇਪਰ ਪਾ ਸਕਦੀ ਹਾਂ ਜਾਂ ਕਾਟਨ ਪਾ ਸਕਦੀ ਹਾਂ ਜਿਹਦੇ 'ਚ ਸੈਲੂਲੋਜ਼ ਪ੍ਰੈਜ਼ੈਂਟ ਆ, ਕਿਉਂਕਿ ਇਹਨੂੰ ਤਾਂ ਡਾਈਜੈਸਟ ਕਰਵਾਉਣਾ ਮੈਂ। ਮੀਡੀਅਮ ਆ ਪਾਤਾ ਸੈਲੂਲੋਜ਼, ਉਸ ਤੋਂ ਬਾਅਦ ਇਹਦੇ 'ਚ ਮੈਂ ਕੀ ਪਾਵਾਂਗੀ, ਐਸਿਟਿਕ ਐਸਿਡ ਪਾਵਾਂਗੀ ਕਿ ਐਸਿਡਿਕ ਕੰਡੀਸ਼ਨ 'ਚ ਉਹ ਕਰਦਾ ਹੋਵੇ ਡਾਈਜੈਸਟ, ਤੇ ਉਹਨੂੰ ਮੈਂ ਐਨਾਰੋਬਿਕ ਚੈਂਬਰ 'ਚ ਰੱਖਾਂਗੀ, ਇਨਕਿਊਬੇਸ਼ਨ ਉਹਦੀ, ਮਤਲਬ ਉਹਨੂੰ ਆਕਸੀਜਨ ਬਿਲਕੁਲ ਨਹੀਂ ਪ੍ਰੋਵਾਈਡ ਕਰਨੀ ਐਨਾਰੋਬਿਕ ਕੰਡੀਸ਼ਨਸ 'ਚ। ਤੇ ਹੁਣ ਮੇਰੇ ਕੋ ਇਹ ਜਿਹੜਾ ਠੀਕ। ਮੀਡੀਆ ਹੋ ਗਿਆ ਉਹ ਕਿਹਦੇ ਲਈ ਹੋ ਗਿਆ, ਬੇਸਿਕਲੀ ਜਿਹੜਾ ਸੈਲੂਲੋਜ਼ ਡਾਈਜੈਸਟਿੰਗ ਬੈਕਟੀਰੀਆ। ਹੁਣ ਐਨਾਰੋਬਿਕ ਕੰਡੀਸ਼ਨ ਪ੍ਰੋਵਾਈਡ ਕਰਤੀਆਂ ਤਾਂ ਜਿਹੜਾ ਐਰੋਬਿਕ ਬੈਕਟੀਰੀਆ ਹੋਗਾ ਉਹ ਮਰ ਜਾਏਗਾ, ਮਤਲਬ ਉਹ ਨਹੀਂ ਇੱਥੇ ਗਰੋ ਹੋ ਪਾਏਗਾ। ਐਸਿਟਿਕ ਐਸਿਡ ਪਾਤਾ ਤਾਂ ਜਿਹੜਾ ਐਸਿਡ ਟੋਲਰੇਟ ਨਹੀਂ ਕਰ ਸਕਦਾ ਬੈਕਟੀਰੀਆ ਉਹ ਵੀ ਮਰ ਜਾਏਗਾ। ਸੈਲੂਲੋਸ ਪਾਇਆ ਤਾਂ ਜਿਹੜਾ ਬੈਕਟੀਰੀਆ ਸੈਲੂਲੋਸ ਡਾਈਜੈਸਟ ਨਹੀਂ ਕਰ ਸਕਦਾ ਉਹ ਵੀ ਮਰ ਜਾਏਗਾ। ਇਹਦਾ ਮਤਲਬ ਸਿਰਫ ਇਸ ਮੀਡੀਆ ਦੇ ਵਿੱਚ ਉਹੀ ਬੈਕਟੀਰੀਆ ਗਰੋ ਕਰ ਪਾਣਗੇ ਜਿਹੜੇ ਕਿ ਸੈਲੂਲੋਸ ਨੂੰ ਡਾਈਜੈਸਟ ਕਰ ਸਕਦੇ ਐਸਿਟਿਕ ਤੇ ਐਸਿਟਿਕ ਐਸਿਡ ਐਸਿਡਿਕ ਕੰਡੀਸ਼ਨ 'ਚ ਤੇ ਐਨਾਰੋਬਿਕ ਕੰਡੀਸ਼ਨ 'ਚ। ਮਤਲਬ ਇਹ ਐਨਰਿਚਮੈਂਟ ਮੀਡੀਆ ਹੋ ਗਿਆ ਨਾ, ਠੀਕ। ਜਿਹੜਾ ਕਿਸੇ ਇੱਕ ਪਰਟੀਕੂਲਰ ਮਾਈਕਰੋ ਆਰਗੈਨਿਜ਼ਮ ਦੀ ਗਰੋਥ ਨੂੰ ਹੀ ਫੇਵਰ ਕਰਦਾ ਵਾ, ਬਾਕੀ ਜਿਹੜੇ ਆ ਉਹਨਾਂ ਨੂੰ, ਬਾਕੀ ਬੈਕਟੀਰੀਅਲ ਸਪੀਸ਼ੀਜ਼ ਨੂੰ ਫੇਵਰ ਨਹੀਂ ਕਰਦਾ। ਹੁਣ ਦੂਸਰਾ ਮੈਥਡ ਕੀ ਸੀ, ਇੰਡੀਕੇਟਰ ਡਾਈਟ ਟੈਕਨੀਕ। ਨਾਮ ਤੋਂ ਕਲੀਅਰ ਹੋ ਰਿਹਾ ਵਾ ਕਿ ਆਪਾਂ ਇਹਦੇ ਵਿੱਚ ਕੋਈ ਡਾਈ ਯੂਜ਼ ਕਰਨੀ ਹੈ, ਮਤਲਬ ਇਦਾਂ ਦੀ ਡਾਈ ਜਿਹੜੀ ਕਿ ਐਸਿਡਿਕ ਮੀਡੀਅਮ 'ਚ ਅਲੱਗ ਕਲਰ ਦੇਵੇ ਤੇ ਬੇਸਿਕ ਮੀਡੀਅਮ 'ਚ ਅਲੱਗ ਕਲਰ ਦੇਵੇ, ਤੇ ਹੋ ਸਕੇ ਤਾਂ ਨਿਊਟਰਲ 'ਚ ਵੀ ਉਹ ਅਲੱਗ ਕਲਰ ਦੇਵੇ। ਠੀਕ ਹੈ, ਹੁਣ ਆਪਾਂ ਕਰਾਂਗੇ ਕਿ ਆਪਾਂ ਪੈਟਰੀ ਪਲੇਟ ਲੈ ਕੇ, ਪੈਟਰੀ ਪਲੇਟ ਲਿੱਤੀ, ਉਹਦੇ 'ਚ ਅਗਾਰ ਪਾਈ ਪਲੱਸ ਡਾਈ ਪਾਤੀ। ਹੁਣ ਮੰਨ ਲਓ ਕਿ ਮੈਂ ਇੱਥੇ ਬੈਕਟੀਰੀਆ ਦੀ ਉਹੀ ਸਪਰੈਡਿੰਗ ਕਰਤੀ ਬੈਕਟੀਰੀਅਲ ਕਲੋਨੀ ਦੀ। ਹੁਣ ਅਗਰ ਤਾਂ ਉਹ ਬੈਕਟੀਰੀਅਲ ਕਲੋਨੀ ਐਸਿਡ ਪ੍ਰੋਡਿਊਸ ਕਰਦੀ ਹੋਏਗੀ ਤਾਂ ਇਸ ਡਾਈ ਦਾ ਕਲਰ ਉਸ ਕਲੋਨੀ ਦੇ ਲਾਗੇ ਚੇਂਜ ਹੋ ਜਾਏਗਾ, ਕਿਉਂਕਿ ਇਹਨੇ ਐਸਿਡ ਪ੍ਰੋਡਿਊਸ ਕੀਤਾ ਤੇ ਡਾਈ ਦਾ ਕਲਰ ਐਸਿਡਿਕ ਮੀਡੀਅਮ 'ਚ ਕੁਝ ਹੋਰ ਹੋ ਜਾਂਦਾ ਹੈਗਾ। ਹੁਣ ਮੰਨ ਲਓ ਇੱਕ ਇੱਕ ਕਲੋਨੀ ਆ ਜਿਹੜੀ ਕਿ ਬੇਸ ਪ੍ਰੋਡਿਊਸ ਕਰ ਰਹੀ ਆ ਤੇ ਉਹ ਬੇਸ ਦੇ ਬਾਹਰ ਉਹਦਾ ਕਲਰ ਡਿਫਰੈਂਟ ਹੋ ਜਾਏਗਾ। ਇਹ ਤੋਂ ਮੈਨੂੰ ਪਤਾ ਲੱਗ ਜਾਏਗਾ ਕਿ ਆਹ ਵਾਲੀ ਕਲੋਨੀ ਜਿਹੜੀ ਆ ਉਹ ਐਸਿਡ ਪ੍ਰੋਡਿਊਸ ਕਰ ਰਹੀ ਆ, ਦੂਸਰੀ ਕਲੋਨੀ ਜਿਹੜੀ ਆ ਕੋਈ ਬੇਸ ਅਮਾਈਨ ਪ੍ਰੋਡਿਊਸ ਕਰ ਰਹੀ ਆ, ਕੋਈ ਬੇਸ ਪ੍ਰੋਡਿਊਸ ਕਰ ਰਹੀ ਹੈ। ਕਿੱਦਾਂ ਕਿੱਦਾਂ? ਕੁਛ ਆਪਾਂ ਇਹ 'ਚ ਡਾਈ ਯੂਜ਼ ਕਰਦੇ ਆ ਜਿਹੜੀ ਕਿ ਡਾਈ ਐਸਿਡ ਕੰਡੀਸ਼ਨ 'ਚ ਦੂਸਰਾ ਕਲਰ ਦਿੰਦੀ ਹੈ ਤੇ ਬੇਸਿਕ ਕੰਡੀਸ਼ਨ 'ਚ ਦੂਸਰਾ ਕਲਰ ਦਿੰਦੀ ਹੈ। ਠੀਕ ਹੈ, ਜਿੱਦਾਂ ਫੋਰ ਐਗਜ਼ਾਮਪਲ ਮੈਂ ਲਿਟਮਸ ਸੋਲਿਊਸ਼ਨ ਯੂਜ਼ ਕਰ ਲਾਂ, ਫੋਰ ਐਗਜ਼ਾਮਪਲ ਗੱਲ ਕਰ ਰਹੀ ਹਾਂ ਮੈਂ ਬਸ। ਹੁਣ ਉਹ ਰੈੱਡ ਕਲਰ ਦਾ ਹੋ ਜਾਂਦਾ ਹੈਗਾ ਜਦੋਂ ਉਹ ਐਸਿਡਿਕ ਕੰਡੀਸ਼ਨ ਹੁੰਦੀ ਹੈ, ਤੇ ਬਲੂ ਕਲਰ ਦਾ ਹੋ ਜਾਂਦਾ ਜਦੋਂ ਬੇਸਿਕ ਕੰਡੀਸ਼ਨ ਹੁੰਦੀ ਆ। ਹੁਣ ਅਗਰ ਆ ਬੈਕਟੀਰੀਆ ਐਸਿਡ ਪ੍ਰੋਡਿਊਸ ਕਰ ਰਿਹਾ ਤਾਂ ਇਹਦੇ ਲਾਗੇ ਸ਼ਾਗੇ ਜਿਹੜੀ ਡਾਈ ਆ ਉਹ ਰੈੱਡ ਕਲਰ ਦੀ ਹੋ ਜਾਣੀ। ਇਹ ਤੋਂ ਮੈਨੂੰ ਪਤਾ ਲੱਗ ਜਾਣਾ ਕਿ ਇਸ ਬੈਕਟੀਰੀਆ ਨੇ ਐਸਿਡ ਪ੍ਰੋਡਿਊਸ ਕੀਤਾ। ਉਹੀ ਅਗਰ ਇੱਕ ਬੈਕਟੀਰੀਆ ਬੇਸ ਪ੍ਰੋਡਿਊਸ ਕਰ ਰਿਹਾ ਤਾਂ ਉਹਦੇ ਆਲੇ ਦੁਆਲੇ ਜਿਹੜਾ ਡਾਈ ਦਾ ਕਲਰ ਆ ਉਹ ਲੈਟ ਇਟ ਬੀ ਬਲੂ ਹੋ ਜਾਣਾ, ਤੇ ਮੈਨੂੰ ਪਤਾ ਚੱਲ ਜਾਣਾ ਕਿ ਇਸ ਬੈਕਟੀਰੀਆ ਨੇ ਬੇਸ ਪ੍ਰੋਡਿਊਸ ਕੀਤਾ। ਮਤਲਬ ਇਹ ਬੇਸਿਕਲੀ ਡਾਈ ਦੀ ਹੈਲਪ ਨਾਲ ਸਾਨੂੰ ਪਤਾ ਲੱਗਦਾ ਵਾ ਕਿ ਬੈਕਟੀਰੀਆ ਨੇ ਐਸਿਡ ਜਾਂ ਬੇਸ ਕੀ ਪ੍ਰੋਡਿਊਸ ਕੀਤਾ। ਠੀਕ ਹੈ। ਸਿਲੈਕਸ਼ਨ ਹੋ ਗਈ ਨਾ, ਐਸਿਡ ਪ੍ਰੋਡਿਊਸਿੰਗ ਬੈਕਟੀਰੀਆ ਦੀ ਸਿਲੈਕਸ਼ਨ ਹੋ ਗਈ, ਬੇਸ ਪ੍ਰੋਡਿਊਸਿੰਗ ਬੈਕਟੀਰੀਆ ਦੀ ਸਿਲੈਕਸ਼ਨ ਹੋ ਗਈ। ਹੁਣ ਲਾਸਟ ਟੈਕਨੀਕ ਜਿਹੜੀ ਆ ਦੈਟ ਇਜ਼ ਕਰਾਊਡਡ ਪਲੇਟ ਟੈਕਨੀਕ। ਇਸ ਟੈਕਨੀਕ ਨੂੰ ਠੀਕ ਆਪਾਂ ਹੈ। ਯੂਜ਼ ਕਰਦੇ ਆ ਬੇਸਿਕਲੀ, ਇਸ ਟੈਕਨੀਕ ਨੂੰ ਯੂਜ਼ ਕਰਦੇ ਆ ਐਂਟੀਬਾਇਓਟਿਕ ਪ੍ਰੋਡਿਊਸ ਕਰਨ ਵਾਲੇ ਬੈਕਟੀਰੀਆ ਨੂੰ ਐਂਟੀਬਾਇਓਟਿਕ ਪ੍ਰੋਡਿਊਸਿੰਗ ਸਟ੍ਰੇਨ ਨੂੰ ਆਈਸੋਲੇਟ ਕਰਨ ਵਾਸਤੇ। ਪਹਿਲਾਂ ਤੇ ਦੱਸਦਾ ਕਿ ਕਰਾਊਡਡ ਪਲੇਟ ਕੀ ਹੁੰਦੀ ਆ। ਸੇਮ ਉਹੀ ਸੀਰੀਅਲ ਡਿਲੂਸ਼ਨਸ ਬਣਾਉਣੀਆਂ ਸੀ, ਡਿਫਰੈਂਟ ਠੀਕ ਹੈ, 10 to the power -1 10 to the power -2। ਹੁਣ ਆਪਾਂ ਇਹਨਾਂ ਨੂੰ ਪਲੇਟ ਕਲਚਰਿੰਗ ਕਰ ਦੇਣੀ ਆ, ਮਤਲਬ ਅਗਾਰ ਪਲੇਟਸ ਤੇ ਗਰੋ ਕਰ ਦੇਣਾ। ਹੁਣ ਇੱਕ ਇਦਾਂ ਦਾ
मतलब ਪਲੇਟ ਹੋਏਗੀ, ਡਿਲੂਸ਼ਨ ਦੀ ਪਲੇਟ ਹੋਏਗੀ, ਲੈਟ ਇਟ ਬੀ 10 to the power -4, ਜਿੱਥੇ ਕਿ ਕਲੋਨੀ ਫਾਰਮਿੰਗ ਯੂਨਿਟਸ ਜਿਹੜੇ ਘੱਟੋ ਘੱਟ 300 ਤੋਂ 400 ਕਲੋਨੀ ਫਾਰਮਿੰਗ ਯੂਨਿਟਸ ਨਜ਼ਰ ਆਣਗੇ ਸਾਨੂੰ। ਉਸ ਪਲੇਟ ਨੂੰ ਮੈਂ ਕੀ ਕਹਿਣਾ ਹੈਗਾ, ਕਰਾਊਡਡ ਪਲੇਟ। ਠੀਕ ਹੈ। ਬਟ ਅਗਰ ਮੰਨ ਲਓ ਉਸ ਕਰਾਊਡਡ ਪਲੇਟ ਤੇ ਏਦਾਂ ਦਾ ਕੁਝ ਸੀਨ ਪ੍ਰੋਡਿਊਸ ਹੋ ਗਿਆ ਕਿ ਇੱਥੇ ਬਹੁਤ ਸਾਰੀਆਂ ਕਲੋਨੀਜ਼ ਆ, ਮਤਲਬ ਬਹੁਤ ਭੀੜ ਲੱਗੀ ਹੋਈ, ਬਹੁਤ 200 to 400 ਕਲੋਨੀਜ਼ ਆ, ਬਟ ਇੱਥੇ ਇੱਕ ਪਾਰਟਿਕੂਲਰ ਕਲੋਨੀ ਆ ਜਿਹਦੇ ਆਲੇ ਦੁਆਲੇ ਕੋਈ ਕਲੋਨੀ ਗਰੋ ਨਹੀਂ ਕਰ ਪਾਈ, ਇਸ ਰੀਜਨ ਤੇ ਕੋਈ ਕਲੋਨੀ ਗਰੋ ਨਹੀਂ ਕਰ ਪਾਈ। ਇਹ ਰੀਜਨ ਨੂੰ ਮੈਂ ਕੀ ਕਿਹਾ, ਇਨਹਿਬਿਟਰੀ ਜ਼ੋਨ। ਇਹਦਾ ਮਤਲਬ ਇਸ ਕਲੋਨੀ ਨੇ ਕੁਝ ਏਦਾਂ ਦਾ ਕੈਮੀਕਲ ਪ੍ਰੋਡਿਊਸ ਕੀਤਾ ਜਿਹਦੇ ਕਰਕੇ ਆ ਬਾਕੀ ਕਲੋਨੀਜ਼ ਇਹਦੇ ਲਾਗੇ ਗਰੋ ਨਹੀਂ ਕਰ ਪਈਆਂ। ਮਤਲਬ ਐਂਟੀਬਾਇਓਟਿਕ ਜਾਂ ਐਂਟੀਬੈਕਟੀਰੀਅਲ ਸਬਸਟੈਂਸ ਇਸ ਬੈਕਟੀਰੀਆ ਨੇ ਪ੍ਰੋਡਿਊਸ ਕੀਤੀ। ਠੀਕ ਹੈ। ਸੋ ਇਹਦੇ ਨਾਲ ਇਹਨੂੰ ਆਪਾਂ ਕਹਿ ਦਿੰਦੇ ਕਰਾਊਡਡ ਪਲੇਟ ਟੈਕਨੀਕ, ਜਿਹਦੇ ਨਾਲ ਆਪਾਂ ਐਂਟੀਬਾਇਓਟਿਕ ਪ੍ਰੋਡਿਊਸਿੰਗ ਬੈਕਟੀਰੀਆ ਨੂੰ ਆਈਸੋਲੇਟ ਕਰ ਲਿਆ। ਫਿਰ ਅੱਗੋਂ ਇਹਦੀ ਸਬ ਕਲਚਰਿੰਗ ਕਰਕੇ ਮਤਲਬ ਸਪਰੈਡ ਪਲੇਟ ਜਾਂ ਸਪਰੈਡ ਪਲੇਟ ਤਾਂ ਨਹੀਂ, ਸਟ੍ਰੀਕ ਪਲੇਟ ਦੇ ਨਾਲ ਇਹਨੂੰ ਆਪਾਂ ਆਈਸੋਲੇਟ ਕਰ ਸਕਦੇ। ਠੀਕ ਹੈ। ਹੁਣ ਲਾਸਟ ਮੈਥਡ, ਲਾਸਟ ਟੌਪਿਕ ਜਿਹੜਾ ਆਪਣਾ ਪ੍ਰੀਜ਼ਰਵੇਸ਼ਨ। ਮਾਈਕਰੋ ਆਰਗੈਨਿਜ਼ਮ ਨੂੰ ਮੈਂ ਆਈਸੋਲੇਟ ਕਰ ਲਿਆ। ਠੀਕ ਹੈ। ਹੁਣ ਉਹਨੂੰ ਪ੍ਰੀਜ਼ਰਵ ਕਰਕੇ ਰੱਖਣਾ ਕਿ ਮੰਨ ਲਓ ਮੈਂ ਕੁਝ ਦਿਨ ਬਾਅਦ ਆਪਣਾ ਰਿਸਰਚ ਪ੍ਰੋਜੈਕਟ ਸਟਾਰਟ ਕਰਨਾ, ਤਾਂ ਮੈਨੂੰ ਹੁਣ ਉਹਨੂੰ ਸੇਫ ਰੱਖਣਾ ਪੈਣਾ ਨਾ। ਉਹਦੇ ਲਈ ਮੇਨ 4 ਮੈਥਡ ਯੂਜ਼ ਹੁੰਦੇ ਆ। ਅਗਾਰਸਲੈਂਡ ਮੈਥਡ, ਅਗਾਰਸਲੈਂਡ ਕਲਚਰ, ਸਲਾਈਨ ਸਸਪੈਂਸ਼ਨ, stored at reduced temperature, या storage in dehydrated form। ठीक है। ਹੁਣ ਆਪਾਂ ਸਭ ਤੋਂ ਪਹਿਲਾਂ ਦੇਖਾਂਗੇ ਅਗਾਰਸਲੈਂਡ ਕਲਚਰਸ। ਅਗਾਰਸਲੈਂਡ ਕਲਚਰਸ ਕੀ ਹੁੰਦਾ, ਇੱਕ ਟੈਸਟ ਟਿਊਬ ਲੈਂਦੇ ਆ, ਅਗਾਰ ਪਾ ਕੇ ਉਹਨੂੰ ਟਿਲਟ ਕਰ ਦਿੰਦੇ ਆ, ਫਿਰ ਉਹ ਜਦੋਂ ਸੋਲੀਡੀਫਾਈ ਹੋ ਜਾਂਦੀ ਹੈ, ਅਗਾਰਸਲੈਂਡ ਕਹਿੰਦਾ ਇਹਨੂੰ। ਇੱਥੇ ਕਿਸੇ ਬੈਕਟੀਰੀਆ ਨੂੰ ਇਨੋਕੂਲੇਟ ਕਰਤਾ ਫॉर 24 ਆਵਰਸ, ਉਸ ਤੋਂ ਬਾਅਦ ਇਹਨੂੰ ਫ੍ਰਿਜ ਵਿੱਚ ਸਟੋਰ ਕਰ ਦਿੰਦੇ ਆ। ਬਟ ਪੀਰੀਓਡਿਕ ਟ੍ਰਾਂਸਫਰ ਇਹਦਾ ਕਰਨਾ ਪੈਂਦਾ ਹੈਗਾ ਤਾਂ ਕਿ ਕੰਟੈਮੀਨੇਸ਼ਨ ਨਾ ਹੋ ਜੇ। ਗੱਲ ਕਰਨੀ ਹੈ ਸਲਾਈਨ ਸਸਪੈਂਸ਼ਨ ਦੀ। ਇਹਦਾ ਪ੍ਰਿੰਸੀਪਲ ਇਹ ਆ ਕਿ ਹਾਈ ਕਨਸੈਂਟ੍ਰੇਸ਼ਨ ਤੇ ਜਿਹੜੀ ਬੈਕਟੀਰੀਅਲ ਗਰੋਥ ਹੁੰਦੀ ਉਹ ਇਨਹਿਬਿਟ ਹੋ ਜਾਂਦੀ ਹੈ। ਹੁਣ ਹਾਈ ਕਨਸੈਂਟ੍ਰੇਸ਼ਨ ਤੇ ਬੈਕਟੀਰੀਅਲ ਗਰੋਥ ਇਨਹਿਬਿਟ ਹੋ ਜਾਂਦੀ ਹੈ, ਇਸ ਲਈ ਆਪਾਂ ਕੀ ਕਰਦੇ ਹਾਂ, ਛੋਟੀ ਵਾਇਲ ਲੈ ਕੇ ਉਹਦੇ ਵਿੱਚ ਆਪਾਂ ਬੈਕਟੀਰੀਆ ਐਡ ਕਰ ਦਿੰਦੇ ਹਾਂ ਪਲੱਸ ਸਲਾਈਨ, ਫਿਰ ਉਹਨੂੰ 24 ਆਵਰਸ ਲਈ ਰੱਖ ਦਿੰਦੇ ਆ ਐਟ ਰੂਮ ਟੈਂਪਰੇਚਰ, ਫਿਰ ਉਹਨੂੰ ਅਗਾਰਸਲੈਂਡ ਤੇ ਟ੍ਰਾਂਸਫਰ ਕਰ ਦਿੰਦੇ ਆ, ਫਿਰ ਉਹਨੂੰ ਰੈਫ੍ਰਿਜਰੇਟ ਕਰ ਦਿੰਦੇ ਆ। ਠੀਕ, ਫਿਰ ਇਹਨੂੰ ਸਟੋਰ ਕਰ ਦਿੰਦੇ ਆ, ਫਿਰ ਥੋੜੀ ਦੇਰ ਬਾਅਦ ਇਹਨੂੰ ਫਿਰ ਯੂਜ਼ ਕਰ ਸਕਦੇ ਆ।
ਹੁਣ ਆਪਣਾ ਥਰਡ ਮੈਥਡ ਆ ਸਟੋਰ ਐਟ ਰਿਡਿਊਸਡ ਟੈਂਪਰੇਚਰ। -20 ਡਿਗਰੀ ਸੈਲਸੀਅਸ ਤੇ ਰੱਖ ਕੇ 6 ਮਹੀਨੇ ਬਾਅਦ ਟ੍ਰਾਂਸਫਰ ਕਰਨਾ ਪੈਂਦਾ, ਜਾਂ ਫਿਰ ਜਿਵੇਂ -1 ਸਾਡੇ ਫ੍ਰਿਜ। ਹਾਂ ਲਿਕੁਇਡ ਨਾਈਟ੍ਰੋਜਨ ਦੇ ਵਿੱਚ ਇਹਨੂੰ ਕਰ ਸਕਦੇ ਆ ਆਪਾਂ ਸਟੋਰ। ਲਿਕੁਇਡ ਨਾਈਟ੍ਰੋਜਨ ਵਾਲਾ ਥੋੜਾ ਜਿਆਦਾ ਦੱਸ ਦਿੰਦੀ ਆ। ਜਿੱਦਾਂ ਕਿ ਸਭ ਤੋਂ ਪਹਿਲਾਂ ਤਾਂ ਮਾਈਕਰੋ ਆਰਗੈਨਿਜ਼ਮਸ ਨੂੰ ਗਰੋ ਕਰੋ ਅਪ ਟੂ ਸਟੇਸ਼ਨਰੀ ਫੇਜ਼। ਸਟੇਸ਼ਨਰੀ ਫੇਜ਼ ਮਤਲਬ ਕਿ ਉਹਨਾਂ ਦੀ ਡੈਥ ਨੰਬਰ ਆਫ ਡੈਡ ਸੈਲਸ ਤੇ ਨੰਬਰ ਆਫ ਗਰੋਇੰਗ ਸੈਲਸ ਇਕੁਅਲ ਹੋ ਜਾਣ, ਮਤਲਬ ਸਟੇਸ਼ਨਰੀ ਫੇਜ਼ ਤੱਕ ਉਹਨਾਂ ਨੂੰ ਗਰੋ ਕਰਨਾ। ਸਟੇਸ਼ਨਰੀ ਫੇਜ਼ ਤੱਕ ਗਰੋ ਕਰਨ ਤੋਂ ਬਾਅਦ ਕੀ ਕਰਨਾ, ਉਹਦੇ ਵਿੱਚ 10% ਗਲਿਸਰੋਲ ਸੋਲੂਸ਼ਨ ਪਾ ਦੇਣਾ। ਗਲਿਸਰੋਲ ਪਾ ਸਕਦੇ ਆ, ਡਾਈ ਮਿਥਾਈਲ ਸਲਫੋਕਸਾਈਡ ਪਾਣੇ। ਇਹ ਆਪਾਂ ਤਾਂ ਪਾਣੇ ਆ ਕਿਉਂਕਿ ਅਗਰ ਆਪਾਂ ਇਹਨੂੰ ਡਾਇਰੈਕਟ -196 ਡਿਗਰੀ ਸੈਲਸੀਅਸ ਤੇ ਰੱਖਾਂਗੇ ਨਾ, ਤਾਂ ਜਿਹੜਾ ਬੈਕਟੀਰੀਆ ਵਾ ਸੈੱਲ ਆ ਉਹਦੇ ਅੰਦਰ ਆਈਸ ਕ੍ਰਿਸਟਲ ਬਣ ਜਾਣਗੇ, ਕਿਉਂਕਿ ਇੰਨਾ ਬਹੁਤ ਘੱਟ ਟੈਂਪਰੇਚਰ ਆ, 0 ਡਿਗਰੀ ਤੇ ਹੀ ਆਈਸ ਜੰਮ ਜਾਂਦੀ ਆ, ਤਾਂ -196 ਡਿਗਰੀ ਬਹੁਤ ਜ਼ਿਆਦਾ ਠੰਡਾ ਵਾ। ਆਈਸ ਕ੍ਰਿਸਟਲ ਬਣਨ ਨਾਲ ਬੈਕਟੀਰੀਆ ਮਰ ਸਕਦਾ, ਬਟ ਮੈਂ ਤਾਂ ਬੈਕਟੀਰੀਆ ਨੂੰ ਵਾਈਬਲ ਰੱਖਣਾ, ਸੋ ਇਸ ਕਰਕੇ ਆਪਾਂ ਗਲਿਸਰੋਲ ਪਾ ਦਿੰਨੇ, ਜਿਹੜਾ ਕਿ ਇੱਕ ਜਿਹੜਾ ਕਿ ਇੱਕ ਕ੍ਰਾਇਓ ਪ੍ਰੋਟੈਕਟਿਵ ਏਜੰਟ ਆ। ਉਸ ਤੋਂ ਬਾਅਦ ਇਹਨੂੰ ਕੀ ਕਰਨਾ ਹੈਗਾ ਵਾ, ਜਾਂ ਤੁਹਾਨੂੰ ਫ੍ਰਿਜ 'ਚ ਰੱਖ ਦੋ ਜਾਂ ਫਿਰ ਨਾਈਟ੍ਰੋਜਨ ਫਲਾਸਕ 'ਚ ਰੱਖ ਦੋ, ਤੇ ਇਹ ਲੌਂਗ ਟਰਮ ਪ੍ਰੀਜ਼ਰਵੇਸ਼ਨ ਵਾਸਤੇ ਸਹੀ ਰਹਿੰਦਾ ਹੈਗਾ। ਲੌਂਗ ਠੀਕ ਹੈ। ਪ੍ਰੀਜ਼ਰਵੇਸ਼ਨ, ਬਾਰ-ਬਾਰ ਸਬ ਕਲਚਰਿੰਗ ਨਹੀਂ ਕਰਨੀ ਪੈਂਦੀ ਹੈ। ਹੁਣ ਆਪਾਂ ਗੱਲ ਕਰਨੀ ਹੈ ਨੈਕਸਟ, that is our last technique, store in a dehydrated form। ਇਹ 'ਚ ਆਪਾਂ ਕੀ ਕਰਦੇ ਆ, ਛੋਟੀ ਜਿਹੀ ਇੱਕ ਵਾਇਲ ਲੈਣੀ ਆ, ਉਹਦੇ ਵਿੱਚ ਮਾਈਕਰੋ ਆਰਗੈਨਿਜ਼ਮ ਪਾਣਾ, ਠੀਕ ਹੈ। ਉਹਦੇ ਵਿੱਚ ਥੋੜਾ ਆਪਾਂ ਐਲਕੋਹਲ ਐਡ ਕਰਦੇ ਆ, ਐਲਕੋਹਲ ਪਾ ਸਕਦੇ ਆ ਜਾਂ ਐਸੀਟੋਨ ਪਾ ਸਕਦੇ ਆ, ਠੀਕ ਹੈ। ਤੇ ਇਹਨੂੰ ਆਪਾਂ -78 ਡਿਗਰੀ ਸੈਲਸੀਅਸ ਦੇ ਜਿਹੜੇ ਡੀਪ ਫ੍ਰੀਜ਼ਰ ਹੁੰਦੇ, ਉਹਦੀ ਹੈਲਪ ਦੇ ਨਾਲ ਇਹਦੀ ਇੱਕ ਥਿਨ ਲੇਅਰ ਬਣਾ ਲੈਣੀ ਆ। ਉਸ ਤੋਂ ਬਾਅਦ ਇਹਨੂੰ ਆਪਾਂ ਕਨੈਕਟ ਕਰਨਾ ਹਾਈ ਵੈਕਿਊਮ ਲਾਈਨ ਦੇ ਨਾਲ। ਹਾਈ ਵੈਕਿਊਮ ਲਾਈਨ ਦੇ ਨਾਲ ਕਨੈਕਟ ਕਰ ਦੇਣਾ, ਜਿਹਦੇ ਨਾਲ ਕੀ ਹੋਏਗਾ, ਸਬਲੀਮੇਸ਼ਨ ਹੋ ਜਾਏਗੀ ਵਾਟਰ ਦੀ। ਹਾਈ ਸਬਲੀਮੇਸ਼ਨ, ਵੈਕਿਊਮ। ਹਾਈ ਵੈਕਿਊਮ ਲਾਈਨ ਮਤਲਬ ਇਹਦੇ ਵਿੱਚ ਵੈਕਿਊਮ ਕ੍ਰੀਏਟ ਕਰ ਦੇਣਾ ਟਿਊਬ ਦੇ ਅੰਦਰ। ਸਬਲੀਮੇਸ਼ਨ ਮਤਲਬ? ਸਬਲੀਮੇਸ਼ਨ ਦਾ ਮਤਲਬ ਆ ਕਿ ਆਈਸ ਤੋਂ ਡਾਇਰੈਕਟ ਵੇਪਰ ਬਣ ਜਾਏਗਾ। ਡੀਹਾਈਡਰੇਟ ਤਾਂ ਹੀ ਹੋਏਗਾ ਨਾ, ਆਈਸ ਤੋਂ ਡਾਇਰੈਕਟ ਵੇਪਰ, ਸੋਲਿਡ ਤੋਂ ਡਾਇਰੈਕਟ ਗੈਸ ਬਣ ਜਾਏਗਾ। ਤੇ ਜਿਹੜੇ ਮੇਰੇ ਸਪੈਸੀਮਨ ਹੋਣਗੇ ਉਹ ਫਰੀਜ਼ ਰਹਿਣਗੇ, ਬਟ ਨਾਲ ਹੀ ਨਾਲ ਉਹ ਡੀਹਾਈਡਰੇਟ ਹੋ ਜਾਣਗੇ। ਤੇ ਡੀਹਾਈਡਰੇਟ ਮਤਲਬ ਵਾਟਰ ਹੀ ਨਹੀਂ ਹੈਗਾ, ਮੈਟਾਬੋਲਿਜ਼ਮ ਬਹੁਤ ਜ਼ਿਆਦਾ ਘੱਟ ਹੋ ਗਿਆ। ਇਹਨੂੰ ਕੈਪ ਲਗਾ ਕੇ ਇਹਨੂੰ ਥੋੜੀ ਜਿਹੀ ਫਲੇਮ ਦੇ ਨਾਲ, ਫਲੇਮ ਯੂਜ਼ ਕਰਕੇ ਇਹਨੂੰ ਸੀਲ ਕਰ ਦੇਣਾ, ਔਰ ਇਹਨੂੰ ਆਪਾਂ ਸੈਵਰਲ ਈਅਰਸ ਤੱਕ, ਬਹੁਤ ਸਾਲਾਂ ਤੱਕ ਇਹਨੂੰ ਪ੍ਰੀਜ਼ਰਵ ਕਰਕੇ ਰੱਖ ਸਕਦੇ ਹਾਂ, ਮਤਲਬ ਲੌਂਗ ਟਰਮ ਪ੍ਰੀਜ਼ਰਵੇਸ਼ਨ ਮੈਥਡ। ਬਸ ਖਤਮ ਹੋ ਗਿਆ। ਥੈਂਕ ਯੂ।